14 ਅਗਸਤ 2005 ਸੁਬਾਹ ਦੇ 9:07 ਤੇ ਜਦੋਂ ਸਾਈਪਰਸ ਦੇਸ਼ ਤੋਂ ਇੱਕ ਪੈਸੰਜਰ ਜਹਾਜ਼ ਹੈਲੀਓਸ 522 ਟੇਕ ਆਫ ਕਰਦਾ ਤਾਂ ਇਹਦੀ ਡੈਸਟੀਨੇਸ਼ਨ ਗ੍ਰੀਸ ਦੇ ਐਥਨਸ 에ਅਰਪੋਰਟ ਦੇ ਸੀ। ਤਕਰੀਬਨ 1.5 ਘੰਟੇ ਦੀ ਇਹ ਫਲਾਈਟ ਹੋਣੀ ਸੀ ਤੇ ਇਸ ਫਲਾਈਟ ਦੇ ਵਿੱਚ 115 ਯਾਤਰੀ, 4 ਕੈਬਿਨ ਕ੍ਰਿਊ ਤੇ 2 ਪਾਇਲਟ ਸੀ, ਜਾਨੀ ਕਿ 121 ਯਾਤਰੀ ਬੈਠੇ ਸੀ। ਤੇ ਜਦੋਂ ਹੀ 10:37 ਤੇ 1.5 ਘੰਟੇ ਦਾ ਸਫ਼ਰ ਪੂਰਾ ਕਰਕੇ ਇਹ ਐਥਨਸ 에ਅਰਪੋਰਟ ਦੇ ਉੱਪਰ ਪਹੁੰਚਦਾ ਤਾਂ ਇਹ ਹੋਲਡਿੰਗ ਪੈਟਰਨ ਦੇ ਵਿੱਚ ਉਸ 에ਅਰਪੋਰਟ ਦੇ ਗੇੜੇ ਲਾਉਣ ਲੱਗ ਜਾਂਦਾ। ਤੇ ਜਦੋਂ ਹੀ ਉਸ 에ਅਰਪੋਰਟ ਦੀ ATC ਇਸ ਦੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦੀ ਆ ਤਾਂ ਹੈਲੀਓਸ 522 ਫਲਾਈਟ ਦੇ ਨਾਲ ਬਿਲਕੁਲ ਵੀ ਉਹਨਾਂ ਦਾ ਕੰਟੈਕਟ ਨਹੀਂ ਹੁੰਦਾ। ਤੇ ਉਦੋਂ ਬਾਅਦ ਐਥਨਸ 에ਅਰਪੋਰਟ ਦੀ ATC 2 ਫਾਈਟਰ ਜੈਟ F-16 ਨੂੰ ਤਿਆਰ ਕਰਦੀ ਆ ਤੇ ਇਸ ਜਹਾਜ਼ ਦੀ ਇੰਸਪੈਕਸ਼ਨ ਕਰਨ ਦੇ ਲਈ ਭੇਜਦੇ ਆ। ਤੇ ਜਦੋਂ ਹੀ ਇਹ ਫਾਈਟਰ ਜੈਟ ਉਸ ਜਹਾਜ਼ ਦੇ ਕਰੀਬ ਜਾਂਦੇ ਆ ਤਾਂ ਫਾਈਟਰ ਜੈਟਸ ਦੇ ਵਿੱਚ ਬੈਠੇ ਪਾਇਲਟ ਇਹ ਦੇਖ ਕੇ ਬੜੇ ਹੈਰਾਨ ਹੁੰਦੇ ਆ ਕਿ ਇਸ ਜਹਾਜ਼ ਦਾ ਪਾਇਲਟ ਤਾਂ ਆਪਣੀ ਸੀਟ ਦੇ ਉੱਪਰ ਹੀ ਹੈ ਨਹੀਂ ਤੇ ਜਿਹੜਾ ਕੋ ਪਾਇਲਟ ਸੀ ਉਹ ਅੱਗੇ ਵੱਲ ਨੂੰ ਝੁਕਿਆ ਹੋਇਆ ਸੀ ਤੇ ਬੇਹੋਸ਼ ਸੀ। ਤੇ ਉਦੋਂ ਬਾਅਦ ਜਦੋਂ ਹੀ ਉਹ ਯਾਤਰੀਆਂ ਦੇ ਵੱਲ ਨਿਗਾਹ ਮਾਰਦੇ ਆ ਤਾਂ ਸਾਰੇ ਦੇ ਸਾਰੇ ਯਾਤਰੀ ਆਕਸੀਜਨ ਮਾਸਕ ਲਾ ਕੇ ਬੈਠੇ ਸੀ, ਪਰ ਉਹ ਸਾਰੇ ਦੇ ਸਾਰੇ ਯਾਤਰੀ ਕੋਈ ਵੀ ਰਿਸਪੌਂਸ ਨਹੀਂ ਦੇ ਰਹੇ ਸੀ। ਤੇ ਉਦੋਂ ਬਾਅਦ ਫਾਈਟਰ ਜੈਟਸ ਦੇ ਇਹ ਪਾਇਲਟ ਹਜੇ ਐਥਨਸ 에ਅਰਪੋਰਟ ਦੀ ATC ਨੂੰ ਇਹ ਗੱਲਾਂ ਦੱਸ ਹੀ ਰਹੇ ਸੀ ਕਿ ਇੰਨੇ ਹੀ ਸਮੇਂ ਦੇ ਵਿੱਚ ਇਸੇ ਹੈਲੀਓਸ 522 ਜਹਾਜ਼ ਦੇ ਵਿੱਚੋਂ ਇੱਕ ਇਨਸਾਨ ਕਾਕਪਿਟ ਦੇ ਵਿੱਚ ਆਉਂਦਾ ਤੇ ਉਹ ਪਾਇਲਟ ਦੀ ਸੀਟ ਦੇ ਉੱਪਰ ਆ ਕੇ ਬਹਿ ਜਾਂਦਾ। ਤੇ ਜਦੋਂ ਹੀ ਉਹ ਫਾਈਟਰ ਜੈਟਸ ਦੇ ਪਾਇਲਟ ਨੂੰ ਦੇਖਦਾ ਤਾਂ ਫਾਈਟਰ ਜੈਟਸ ਦੇ ਪਾਇਲਟ ਉਹਨੂੰ ਇਸ਼ਾਰਾ ਕਰਦੇ ਆ ਕਿ ਇਹ ਜਹਾਜ਼ ਨੂੰ ਲੈਂਡ ਕਰਵਾਇਆ ਜਾਵੇ, ਪਰ ਉਹ ਫਾਈਟਰ ਜੈਟਸ ਦੇ ਪਾਇਲਟ ਨੂੰ ਦੇਖ ਕੇ ਨੀਚੇ ਵੱਲ ਨੂੰ ਇਸ਼ਾਰਾ ਕਰਦਾ ਤੇ ਇਸ ਇਸ਼ਾਰੇ ਦੇ ਤਕਰੀਬਨ 1 ਮਿੰਟ ਬਾਅਦ ਹੀ ਇਹ ਜਹਾਜ਼ ਆ ਕੇ ਧਰਤੀ ਦੇ ਨਾਲ ਟਕਰਾ ਜਾਂਦਾ। ਜਿੰਨੇ ਵੀ ਯਾਤਰੀ ਇਸ ਜਹਾਜ਼ ਦੇ ਵਿੱਚ ਬੈਠੇ ਸੀ ਸਾਰਿਆਂ ਦੀ ਮੌਤ ਹੋ ਜਾਂਦੀ ਆ। ਪਰ ਹੁਣ ਇਸ ਪਲੇਨ ਕ੍ਰੈਸ਼ ਤੋਂ ਬਾਅਦ ਕਈ ਸਵਾਲ ਖੜੇ ਹੋ ਰਹੇ ਸੀ ਕਿ ਕਿਉਂ ਇਹ ਜਹਾਜ਼ ਕ੍ਰੈਸ਼ ਕੀਤਾ, ਕੀ ਉਹ 1.5 ਘੰਟੇ ਦੇ ਵਿੱਚ ਯਾਤਰੀਆਂ ਦੇ ਨਾਲ ਹੋਇਆ ਸੀ, ਕੌਣ ਉਹ ਇਨਸਾਨ ਸੀ ਜਿਹੜਾ ਪਾਇਲਟ ਦੀ ਸੀਟ ਤੇ ਆ ਕੇ ਬਹਿੰਦਾ ਤੇ ਇਹ ਜਹਾਜ਼ ਨੂੰ ਕ੍ਰੈਸ਼ ਕਰਾ ਦਿੰਦਾ, ਕਿਉਂ ਪਾਇਲਟ ਆਪਣੀ ਸੀਟ ਤੋਂ ਉੱਠਿਆ ਸੀ। ਸਾਰੀਆਂ ਗੱਲਾਂ ਜਦੋਂ ਇਨਵੈਸਟੀਗੇਸ਼ਨ ਹੁੰਦੀ ਆ ਤਾਂ ਸਾਰੇ ਸਵਾਲਾਂ ਦੇ ਆਪਾਂ ਨੂੰ ਜਵਾਬ ਮਿਲਦੇ ਆ ਕਿ ਕਿਸ ਤਰੀਕੇ ਦੇ ਨਾਲ ਇੱਕ ਨਿੱਕੀ ਜੀ ਗਲਤੀ 121 ਲੋਕਾਂ ਦੀ ਜਾਨ ਲੈ ਜਾਂਦੀ ਆ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸੇ ਹੀ ਪਲੇਨ ਕ੍ਰੈਸ਼ ਦੀ ਇਨਵੈਸਟੀਗੇਸ਼ਨ ਦੇ ਬਾਰੇ ਗੱਲ ਕਰਾਂਗੇ। What happened to Helios Flight 522? They saw no pilot in the cockpit, only the co-pilot. ਇਹ ਜਿਹੜਾ ਜਹਾਜ਼ ਕ੍ਰੈਸ਼ ਹੋਇਆ ਸੀ ਇਹ 14 ਅਗਸਤ 2005 ਨੂੰ ਹੋਇਆ ਸੀ, ਪਰ ਇਹ ਜਹਾਜ਼ ਦੇ ਕ੍ਰੈਸ਼ ਹੋਣ ਦੀ ਕਹਾਣੀ 13 ਅਗਸਤ ਨੂੰ ਹੀ ਲਿਖੀ ਜਾ ਚੁੱਕੀ ਸੀ, ਕਿਉਂਕਿ ਇਹ ਜਿਹੜੇ ਜਹਾਜ਼ ਦਾ ਕੈਬਿਨ ਕ੍ਰੂ ਸੀ ਉਹ ਨੋਟ ਕਰਦਾ ਕਿ ਜਦੋਂ ਇਹ ਫਲਾਈਟ ਲੰਡਨ ਤੋਂ ਉੱਡੀ ਸੀ ਤੇ ਜਦੋਂ ਹੀ ਇਹ ਜਹਾਜ਼ 14,000 ਫੁੱਟ ਦੀ ਉਚਾਈ ਤੋਂ ਤਾਂ ਜਾਂਦਾ ਤਾਂ ਇਸ ਜਹਾਜ਼ ਦਾ ਰਾਈਟ ਸਾਈਡ ਦਾ ਡੋਰ ਲਗਾਤਾਰ ਖੜਕਣ ਲੱਗ ਜਾਂਦਾ ਤੇ ਇਸ ਡੋਰ ਦੀ ਜਿਹੜੀ ਸੀਲ ਸੀ ਉਹ ਲਗਾਤਾਰ ਫਰੀਜ਼ ਹੋ ਰਹੀ ਸੀ, ਜਿਹਦੇ ਕਰਕੇ ਕੈਬਿਨ ਕ੍ਰੂ ਨੂੰ ਇਹ ਸ਼ੱਕ ਹੋ ਰਿਹਾ ਸੀ ਕਿ ਸ਼ਾਇਦ ਇਸ ਜਹਾਜ਼ ਦੇ ਵਿੱਚੋਂ 에ਅਰ ਪ੍ਰੈਸ਼ਰ ਲੀਕ ਹੋ ਰਿਹਾ ਤੇ 에ਅਰ ਪ੍ਰੈਸ਼ਰ ਨੂੰ ਮੇਨਟੇਨ ਕਰਨਾ ਜਹਾਜ਼ ਦੇ ਵਿੱਚ ਬਹੁਤ ਜ਼ਰੂਰੀ ਹੁੰਦਾ ਤਾਂ ਕਿ ਸਾਰੇ ਦੇ ਸਾਰੇ ਯਾਤਰੀਆਂ ਨੂੰ ਇਨਫ ਆਕਸੀਜਨ ਮਿਲ ਸਕੇ ਇੱਕ ਫਲਾਈਟ ਦੇ ਦੌਰਾਨ। ਤੇ ਜਦੋਂ ਹੀ ਇਹ ਪਲੇਨ ਸਾਈਪਰਸ ਦੇ ਵਿੱਚ ਲੈਂਡ ਕਰਦਾ ਤਾਂ ਕੈਬਿਨ ਕ੍ਰੂ ਸਟ੍ਰੇਟ ਵੇ ਪਾਇਲਟ ਨੂੰ ਜਾ ਕੇ ਦੱਸਦੇ ਆ ਕਿ ਇਹ ਪ੍ਰੋਬਲਮ ਫੇਸ ਕੀਤੀ ਸੀ ਉਹਨਾਂ ਨੇ ਕਿ ਇਸ ਤਰੀਕੇ ਦੇ ਨਾਲ ਡੋਰ ਖੜਕ ਰਿਹਾ ਸੀ। ਤੇ ਉਦੋਂ ਬਾਅਦ ਖੁਦ ਪਾਇਲਟ ਜਾ ਕੇ ਗਰਾਊਂਡ ਇੰਜੀਨੀਅਰ ਨੂੰ ਦੱਸਦਾ ਕਿ ਜਦੋਂ ਇਹ 14,000 ਫੁੱਟ ਦੇ ਐਲਟੀਟਿਊਡ ਨੂੰ ਪਾਰ ਕਰਦੇ ਆ ਤਾਂ ਉਦੋਂ ਬਾਅਦ ਇਸ ਜਹਾਜ਼ ਦਾ ਰਾਈਟ ਸਾਈਡ ਦਾ ਡੋਰ ਖੜਕਣ ਲੱਗ ਜਾਂਦਾ ਤੇ ਉਦੋਂ ਬਾਅਦ ਇਸ ਜਹਾਜ਼ ਨੂੰ ਚੈੱਕ ਕਰਨ ਦੀ ਜ਼ਿੰਮੇਵਾਰੀ ਦੇ ਦਿੱਤੀ ਜਾਂਦੀ ਹੈ ਗਰਾਊਂਡ ਇੰਜੀਨੀਅਰ ਐਲਨ ਇਰਵਨ ਨੂੰ, ਜਿਹੜਾ ਕਿ ਇੱਕ 44 ਸਾਲਾਂ ਦਾ ਗਰਾਊਂਡ ਇੰਜੀਨੀਅਰ ਸੀ। ਇਹਨੂੰ ਆਪਣੀ ਫੀਲਡ ਦੇ ਵਿੱਚ ਕਾਫੀ ਐਕਸਪੀਰੀਅੰਸ ਸੀ। ਜਦੋਂ ਹੀ ਇਹ ਜਹਾਜ਼ ਦੀ ਪਹਿਲਾਂ ਤਾਂ ਵਿਜ਼ੂਅਲ ਇੰਸਪੈਕਸ਼ਨ ਕਰਦਾ ਤੇ ਜਦੋਂ ਹੀ ਵਿਜ਼ੂਅਲ ਇੰਸਪੈਕਸ਼ਨ ਹੋ ਜਾਂਦੀ ਹੈ ਤਾਂ ਉਦੋਂ ਬਾਅਦ ਉਹ ਇਹ ਚੈੱਕ ਕਰਦਾ ਕਿ ਕਿਤੇ ਇਹਦੇ ਵਿੱਚੋਂ 에ਅਰ ਪ੍ਰੈਸ਼ਰ ਤਾਂ ਨਹੀਂ ਲੀਕ ਹੋ ਰਿਹਾ ਤੇ ਫਿਰ 에ਅਰ ਪ੍ਰੈਸ਼ਰ ਲੀਕੇਜ ਨੂੰ ਚੈੱਕ ਕਰਨ ਦੇ ਲਈ ਉਹਨੂੰ ਉਵੇਂ ਇਸ ਜਹਾਜ਼ ਦੇ ਵਿੱਚ 에ਅਰ ਪ੍ਰੈਸ਼ਰ ਬਣਾਉਣਾ ਪੈਣਾ ਸੀ ਜਿਵੇਂ ਕਿ ਜਹਾਜ਼ ਦੇ ਵਿੱਚ 40,000 ਫੁੱਟ ਦੀ ਉਚਾਈ ਤੇ ਜਾ ਕੇ 에ਅਰ ਪ੍ਰੈਸ਼ਰ ਹੁੰਦਾ। ਸੋ ਇਸ ਤਰੀਕੇ ਦੇ ਨਾਲ 에ਅਰ ਪ੍ਰੈਸ਼ਰ ਬਣਾਉਣ ਦੇ ਲਈ ਉਹਨੂੰ APU ਯਾਨੀ ਕਿ ਐਗਜ਼ਿਲਰੀ ਪਾਵਰ ਯੂਨਿਟ ਦੀ ਮਦਦ ਲੈਣੀ ਪੈਣੀ ਸੀ। ਤੇ ਜਦੋਂ ਹੀ ਗਰਾਊਂਡ ਇੰਜੀਨੀਅਰ ਨੇ 에ਅਰ ਪ੍ਰੈਸ਼ਰ ਲੀਕੇਜ ਟੈਸਟ ਕਰਨਾ ਸੀ ਤਾਂ ਉਹ ਇਹ ਟੈਸਟ ਕਰਨ ਦੇ ਲਈ ਪ੍ਰੈਸ਼ਰਾਈਜੇਸ਼ਨ ਸਿਸਟਮ ਨੂੰ ਵੀ ਆਟੋ ਤੋਂ ਮੈਨੂਅਲ ਤੇ ਕਰ ਦਿੰਦਾ ਤੇ ਜਦੋਂ ਹੀ ਪੂਰੀ ਇੰਸਪੈਕਸ਼ਨ ਹੋ ਜਾਂਦੀ ਆ ਤਾਂ ਉਹਨੂੰ ਕੋਈ ਵੀ ਪ੍ਰੋਬਲਮ ਨਹੀਂ ਲੱਗਦੀ, ਜਿਹਦੇ ਕਰਕੇ ਉਹ ਇਸ ਜਹਾਜ਼ ਨੂੰ ਨੈਕਸਟ ਫਲਾਈਟ ਦੇ ਲਈ ਕਲੀਅਰ ਕਰ ਦਿੰਦਾ। ਪਰ ਇੱਥੇ ਹੀ ਇਰਵਨ ਇੱਕ ਗਲਤੀ ਕਰ ਦਿੰਦਾ, ਜਿਹੜਾ ਕਿ ਟੈਸਟ ਕਰਨ ਦੇ ਲਈ ਉਹਨੇ ਪ੍ਰੈਸ਼ਰਾਈਜੇਸ਼ਨ ਸਿਸਟਮ ਦੀ ਸਵਿਚ ਨੂੰ ਆਟੋ ਤੋਂ ਮੈਨੂਅਲ ਤੇ ਕੀਤਾ ਸੀ ਉਹਨੂੰ ਵਾਪਸ ਆਟੋ ਤੇ ਕਰਨੀ ਭੁੱਲ ਜਾਂਦਾ ਤੇ ਇਹ ਸਵਿਚ ਨੂੰ ਜਦੋਂ ਜਹਾਜ਼ ਹਵਾ ਦੇ ਵਿੱਚ ਉੱਡਦਾ
ਤਾਂ ਆਟੋ ਤੇ ਹੋਣਾ ਬਹੁਤ ਜ਼ਰੂਰੀ ਹੁੰਦਾ, ਕਿਉਂਕਿ ਜਦੋਂ ਵੀ ਕੋਈ ਜਹਾਜ਼ ਹਵਾ ਦੇ ਵਿੱਚ ਉੱਡਦਾ ਤਾਂ ਉਹ ਆਪਦੇ ਐਲਟੀਟਿਊਡ ਦੇ ਹਿਸਾਬ ਦੇ ਨਾਲ ਖੁਦ 에ਅਰ ਪ੍ਰੈਸ਼ਰ ਨੂੰ ਐਡਜਸਟ ਕਰਦਾ, ਜਿਹਦੇ ਕਰਕੇ ਇਹ ਸਵਿਚ ਨੂੰ ਆਟੋ ਤੇ ਹੋਣਾ ਬਹੁਤ ਜ਼ਰੂਰੀ ਸੀ। ਪਰ ਗਰਾਊਂਡ ਇੰਜੀਨੀਅਰ ਇਸ ਸਵਿਚ ਨੂੰ ਮੈਨੂਅਲ ਤੋਂ ਆਟੋ ਤੇ ਕਰਨਾ ਭੁੱਲ ਜਾਂਦਾ ਤੇ ਇਹ ਨਿੱਕੀ ਜਿਹੀ ਗਲਤੀ ਇਸ ਜਹਾਜ਼ ਦੇ ਕ੍ਰੈਸ਼ ਹੋਣ ਦਾ ਕਾਰਨ ਬਣ ਜਾਂਦੀ ਆ। ਪਰ ਗਰਾਊਂਡ ਇੰਜੀਨੀਅਰ ਇਰਵਨ ਦੀ ਇਹ ਛੋਟੀ ਜਿਹੀ ਗਲਤੀ ਪਹਿਲੀ ਗਲਤੀ ਸੀ ਇਸ ਜਹਾਜ਼ ਦੇ ਕ੍ਰੈਸ਼ ਹੋਣ ਦੇ ਪਿੱਛੇ। ਹਜੇ ਤਾਂ ਹੋਰ ਕਈ ਗਲਤੀਆਂ ਹੋਣੀਆਂ ਬਾਕੀ ਸੀ, ਕਿਉਂਕਿ ਜਦੋਂ ਇਸ ਜਹਾਜ਼ ਨੂੰ ਨੈਕਸਟ ਫਲਾਈਟ ਦੇ ਲਈ ਕਲੀਅਰੈਂਸ ਮਿਲ ਜਾਂਦੀ ਆ ਤਾਂ ਪਾਇਲਟ ਹੰਸ ਮਿਲਟਨ, ਜੋ ਕਿ ਇੱਕ ਜਰਮਨ ਪਾਇਲਟ ਸੀ, ਤਕਰੀਬਨ 35 ਸਾਲਾਂ ਦਾ ਤੇ 17,000 ਘੰਟੇ ਦਾ ਇਸ ਪਾਇਲਟ ਨੂੰ ਐਕਸਪੀਰੀਅੰਸ ਸੀ ਤੇ ਇਸ ਫਲਾਈਟ ਦੇ ਵਿੱਚ ਇਹਦਾ ਸਾਥ ਦੇ ਰਿਹਾ ਸੀ ਕੋ ਪਾਇਲਟ ਕਾਰਲਮ ਬੋਸ, ਜਿਹਦੇ ਕੋਲ ਕਿ ਹੀਲੀਓਸ ਫਲਾਈਟ ਨੂੰ ਹੀ ਉਡਾਉਣ ਦਾ ਤਕਰੀਬਨ 5 ਸਾਲਾਂ ਦਾ ਐਕਸਪੀਰੀਅੰਸ ਸੀ। ਤੇ ਫਿਰ 9:07 ਤੇ ਇਸ ਜਹਾਜ਼ ਦੇ ਟੇਕ ਆਫ ਕਰਨ ਤੋਂ ਪਹਿਲਾਂ ਕੋ ਪਾਇਲਟ ਦੇ ਕੋਲ ਇੱਕ ਚੈੱਕ ਲਿਸਟ ਆਉਂਦੀ ਆ, ਜਿਹੜੀ ਕਿ ਉਹਨੇ ਪੂਰੀ ਕਰਨੀ ਸੀ, ਜਿਹਦੇ ਵਿੱਚ ਉਹਨੇ ਇਹ ਚੈੱਕ ਕਰਨਾ ਹੁੰਦਾ ਕਿ ਜਿਹੜੀਆਂ ਇਹ ਸਵਿਚਸ ਆ ਇਹ ਆਪਦੀ ਐਕਚੁਅਲ ਪੋਜੀਸ਼ਨ ਤੇ ਹੈ ਜਾਂ ਨਹੀਂ। ਤੇ ਇਸ ਚੈੱਕ ਲਿਸਟ ਦੇ ਵਿੱਚ ਇਹ ਵੀ ਸੀ ਕਿ ਉਸ ਸਵਿਚ ਨੂੰ ਚੈੱਕ ਕਰਨਾ ਕਿ ਆਟੋ ਮੋਡ ਤੇ ਹੋਵੇ, ਜਿਹਨੂੰ ਫਲਾਈਟ ਇੰਜੀਨੀਅਰ ਭੁੱਲ ਗਿਆ ਸੀ ਮੈਨੂਅਲ ਤੋਂ ਆਟੋ ਤੇ ਕਰਨਾ। ਪਰ ਕੋ ਪਾਇਲਟ ਵੀ ਚੈੱਕ ਨਹੀਂ ਕਰਦਾ ਇਸ ਸਵਿਚ ਨੂੰ, ਹਾਲਾਂਕਿ ਉਹ ਚੈੱਕ ਲਿਸਟ ਦੇ ਉੱਪਰ ਇਹ ਟਿਕ ਲਾ ਦਿੰਦਾ ਕਿ ਉਹਨੇ ਚੈੱਕ ਕਰ ਲਿਆ ਇਹ ਸਵਿਚ ਆਟੋ ਤੇ ਹੀ ਆ, ਜਦ ਕਿ ਹੁੰਦੀ ਇਹ ਮੈਨੂਅਲ ਤੇ ਆ, ਤੇ ਜਿਹਦੇ ਕਰਕੇ ਫਲਾਈਟ ਇੰਜੀਨੀਅਰ ਦੇ ਵਾਂਗੂ ਕੋ ਪਾਇਲਟ ਦੀ ਵੀ ਇੱਕ ਇਹ ਵੱਡੀ ਗਲਤੀ ਸੀ। ਫਿਰ 9:07 ਤੇ ਜਦੋਂ ਇਹ ਫਲਾਈਟ ਟੇਕ ਆਫ ਕਰਦੀ ਆ ਤਾਂ ਸਹੀ 5 ਮਿੰਟਾਂ ਬਾਅਦ 9:12 ਤੇ ਤਕਰੀਬਨ 12,000 ਫੁੱਟ ਦੀ ਉਚਾਈ ਤੇ ਜਦੋਂ ਇਹ ਫਲਾਈਟ ਜਾਂਦੀ ਆ ਤਾਂ ਕੈਬਿਨ ਦੇ ਵਿੱਚ ਇੱਕ ਵਾਰਨਿੰਗ ਸਾਊਂਡ ਸੁਣਾਈ ਦਿੰਦਾ, ਜਿਹੜਾ ਕਿ ਅਲਟੀਟਿਊਡ ਵਾਰਨਿੰਗ ਸਾਊਂਡ ਸੀ। ਫਿਰ ਇਸੇ ਸਾਊਂਡ ਦੇ 2 ਮਿੰਟ ਬਾਅਦ ਪਾਇਲਟ 9:14 ਤੇ ATC ਨੂੰ ਦੱਸਦਾ ਇਸ ਪ੍ਰੋਬਲਮ ਦੇ ਬਾਰੇ, ਤੇ ਤਕਰੀਬਨ 5 ਮਿੰਟਾਂ ਦੇ ਬਾਅਦ ਜਦੋਂ ਪਾਇਲਟ ਹਜੇ ਇਸ ਪ੍ਰੋਬਲਮ ਦੇ ਬਾਰੇ ਦੱਸ ਹੀ ਰਿਹਾ ਹੁੰਦਾ ਤਾਂ ਉਸੇ ਸਮੇਂ ਜਹਾਜ਼ ਦੇ ਵਿੱਚ ਆਕਸੀਜਨ ਮਾਸਕ ਰਿਲੀਜ਼ ਹੋ ਜਾਂਦੇ ਆ, ਜਿਸ ਦਾ ਕਿ ਨੋਟੀਫਿਕੇਸ਼ਨ ਪਾਇਲਟ ਨੂੰ ਵੀ ਕਾਕਪਿਟ ਦੇ ਵਿੱਚ ਮਿਲ ਜਾਂਦਾ। ਪਰ ਸਹੀ ਉਸੇ ਹੀ ਸਮੇਂ ਪਾਇਲਟ ਨੂੰ ਕਈ ਹੋਰ ਵਾਰਨਿੰਗ ਮਿਲਣ ਲੱਗ ਜਾਂਦੀਆਂ, ਜਿਵੇਂ ਕਿ ਇਕੁਇਪਮੈਂਟ ਕੂਲਿੰਗ ਸਿਸਟਮ ਦੀ ਵਾਰਨਿੰਗ। ਹਾਲਾਂਕਿ ਪਾਇਲਟ ਦੇ ਕੋਲ ਆਕਸੀਜਨ ਮਾਸਕ ਰਿਲੀਜ਼ ਵਾਲੀ ਵੀ ਨੋਟੀਫਿਕੇਸ਼ਨ ਜਾਂਦੀ ਆ, ਪਰ ਘਬਰਾਹਟ ਦੇ ਵਿੱਚ ਉਹਦਾ ਜਿਹੜਾ ਧਿਆਨ ਆ ਸਿਰਫ ਇਕੁਇਪਮੈਂਟ ਕੂਲਿੰਗ ਸਿਸਟਮ ਦੇ ਉੱਪਰ ਰਹਿੰਦਾ, ਜਿਹਦੇ ਕਰਕੇ ਉਹਦਾ ਧਿਆਨ ਨਾ ਤਾਂ ਆਕਸੀਜਨ ਮਾਸਕ ਰਿਲੀਜ਼ ਵਾਲੀ ਨੋਟੀਫਿਕੇਸ਼ਨ ਦੇ ਉੱਪਰ ਜਾਂਦਾ ਤੇ ਨਾ ਹੀ ਉਹ ਆਪਣਾ ਆਕਸੀਜਨ ਮਾਸਕ ਪਾਉਂਦਾ, ਜਿਹੜਾ ਕਿ ਪੋਰਟੇਬਲ ਆਕਸੀਜਨ ਮਾਸਕ ਹੁੰਦਾ ਕੋ ਪਾਇਲਟ ਤੇ ਪਾਇਲਟ ਦੇ ਲਈ। ਹਾਲਾਂਕਿ ਹਰ ਇੱਕ ਫਲਾਈਟ ਦੇ ਵਿੱਚ ਇਹ ਰੂਲ ਹੁੰਦਾ ਕਿ ਜਦੋਂ ਹੀ ਆਕਸੀਜਨ ਮਾਸਕ ਰਿਲੀਜ਼ਡ ਹੁੰਦੇ ਆ ਤਾਂ ਆਪਣਾ ਪੋਰਟੇਬਲ ਆਕਸੀਜਨ ਮਾਸਕ ਹਰ ਇੱਕ ਪਾਇਲਟ ਨੇ ਪਾਉਣਾ ਹੁੰਦਾ। ਪਰ ਪਾਇਲਟ ਨੂੰ ਤਾਂ ਸਟਿਲ ਇਸ ਸਮੇਂ ਤੱਕ ਇਹ ਲੱਗ ਰਿਹਾ ਸੀ ਕਿ ਜਿਹੜੀ ਵਾਰਨਿੰਗ ਉਹਨੂੰ ਇਕੁਇਪਮੈਂਟ ਕੂਲਿੰਗ ਸਿਸਟਮ ਦੀ ਮਿਲ ਰਹੀ ਆ ਕਿ ਕਰੰਟ ਦੇ ਓਵਰਫਲੋ ਕਰਕੇ ਕੂਲਿੰਗ ਇਕੁਇਪਮੈਂਟ ਓਵਰਹੀਟ ਹੋ ਰਹੇ ਆ, ਜਿਹਦੇ ਕਰਕੇ ਉਹ ਗਰਾਊਂਡ ਇੰਜੀਨੀਅਰ ਨੂੰ ਲਗਾਤਾਰ ਇਸੇ ਗੱਲ ਦੇ ਬਾਰੇ ਪੁੱਛ ਰਿਹਾ ਸੀ ਕਿ ਕਿਸ ਤਰੀਕੇ ਦੇ ਨਾਲ ਇਸ ਪ੍ਰੋਬਲਮ ਦਾ ਹੱਲ ਕੀਤਾ ਜਾਵੇ। ਪਰ ਇਕੁਇਪਮੈਂਟ ਕੂਲਿੰਗ ਸਿਸਟਮ ਦੇ ਵਿੱਚ ਤਾਂ ਕੋਈ ਪ੍ਰੋਬਲਮ ਹੀ ਨਹੀਂ ਸੀ। ਇਹ ਤਾਂ ਅਲਾਰਮ ਤਾਂ ਵੱਜ ਰਿਹਾ ਸੀ ਕਿ ਲੋ 에ਅਰ ਪ੍ਰੈਸ਼ਰ ਦੇ ਕਰਕੇ ਕੂਲਿੰਗ ਸਿਸਟਮ ਨੂੰ ਜ਼ਿਆਦਾ ਹਵਾ ਨਹੀਂ ਮਿਲ ਰਹੀ ਸੀ। ਤੇ ਸਹੀ 9:20 ਤੇ ਪਾਇਲਟ ATC ਨੂੰ ਰਿਸਪੌਂਡ ਕਰਨਾ ਬੰਦ ਕਰ ਦਿੰਦਾ, ਤੇ ਜਦੋਂ ਹੀ ਇਸ ਤੋਂ ਪਹਿਲਾਂ ਪਾਇਲਟ ਗਰਾਊਂਡ ਇੰਜੀਨੀਅਰ ਦੇ ਨਾਲ ਗੱਲ ਕਰ ਰਿਹਾ ਸੀ ਇਲੈਕਟ੍ਰਿਕ ਸਰਕਟ ਨੂੰ ਚੈੱਕ ਕਰਨ ਦੀ, ਤਾਂ ਉਹਨੂੰ ਪਤਾ ਲੱਗਦਾ ਕਿ ਇਲੈਕਟ੍ਰਿਕ ਸਰਕਟ ਦੀ ਜਿਹੜੀ ਸਵਿਚ ਆ ਉਹਦੀ ਸੀਟ ਦੇ ਪਿੱਛੇ ਆ, ਤੇ ਇਸ ਸਵਿਚ ਨੂੰ ਚੈੱਕ ਕਰਨ ਦੇ ਲਈ ਜਦੋਂ ਹੀ ਉਹ ਆਪਣੀ ਸੀਟ ਤੋਂ ਉੱਠਦਾ ਤਾਂ ਘੱਟ ਆਕਸੀਜਨ ਹੋਣ ਦੇ ਕਰਕੇ ਉਹ ਕਾਕਪਿਟ ਦੇ ਵਿੱਚ ਡਿੱਗ ਪੈਂਦਾ ਤੇ ਬੇਹੋਸ਼ ਹੋ ਜਾਂਦਾ। ਇੰਨੇ ਹੀ ਸਮੇਂ ਦੇ ਵਿੱਚ ਕੋ ਪਾਇਲਟ ਵੀ ਬੇਹੋਸ਼ ਹੋ ਜਾਂਦਾ, ਪਰ ਪਲੇਨ ਆਟੋ ਪਾਇਲਟ ਤੇ ਹੋਣ ਦੇ ਕਰਕੇ ਲਗਾਤਾਰ ਉਚਾਈ ਵੱਲ ਵੀ ਜਾ ਰਿਹਾ ਸੀ ਤੇ ਐਥਨਸ 에ਅਰਪੋਰਟ ਦੇ ਵੱਲ ਵੀ ਜਾ ਰਿਹਾ ਸੀ। ਤੇ ਜਿਹੜੇ ਯਾਤਰੀਆਂ ਦੇ ਆਕਸੀਜਨ ਮਾਸਕ ਪਾ ਲਏ ਸੀ ਉਹਨਾਂ ਦੇ ਕੋਲ ਸਿਰਫ 12 ਮਿੰਟ ਦੀ ਆਕਸੀਜਨ ਬਚੀ ਸੀ, ਤੇ ਜਿਵੇਂ ਜਿਵੇਂ ਇਹ ਆਕਸੀਜਨ ਖਤਮ ਹੋਣ ਲੱਗੀ ਤਾਂ ਯਾਤਰੀ ਬੇਹੋਸ਼ ਹੋਣ ਲੱਗ ਜਾਂਦੇ ਆ। ਪਰ ਜਦੋਂ 10:45 ਤੇ ਇਹ ਜਹਾਜ਼ ਐਥਨਸ 에ਅਰਪੋਰਟ ਦੇ ਉੱਪਰ ਪਹੁੰਚ ਜਾਂਦਾ ਤਾਂ ਆਟੋ ਪਾਇਲਟ ਦੀ ਮਦਦ ਦੇ ਨਾਲ ਇਹ ਲਗਾਤਾਰ ਹੋਲਡਿੰਗ ਪੈਟਰਨ ਦੇ ਵਿੱਚ ਉਸ ਐਥਨਸ 에ਅਰਪੋਰਟ ਦੇ ਚੱਕਰ ਲਾਉਣ ਲੱਗ ਜਾਂਦਾ। ਹਾਲਾਂਕਿ ਐਥਨਸ 에ਅਰਪੋਰਟ ਦਾ ATC ਇਹ ਜਹਾਜ਼ ਨੂੰ ਲੈਂਡ ਕਰਨ ਦੀ ਪਰਮਿਸ਼ਨ ਦੇ ਦਿੰਦਾ, ਪਰ ਇਹ ਜਹਾਜ਼ ਲੈਂਡ ਨਹੀਂ ਕਰ ਰਿਹਾ ਸੀ ਕਿਉਂਕਿ ATC ਦਾ ਇਹ ਜਹਾਜ਼ ਦੇ ਨਾਲ ਕੰਟੈਕਟ ਨਹੀਂ ਹੋ ਰਿਹਾ ਸੀ। ਜਦੋਂ 9:20 ਤੇ ਪਾਇਲਟ ਬੇਹੋਸ਼ ਹੁੰਦਾ ਤਾਂ ਉਹਦਾ ਜਿਹੜਾ ਰੇਡੀਓ ਸੀ ਉਹ ਸਟਿਲ ਸਾਈਪਰਸ ਦੇਸ਼ ਦੇ ਉੱਪਰ ਟਿਊਨ ਸੀ, ਤਾਂ ਕਰਕੇ ਇਹ ਜਹਾਜ਼ ਉਸ ATC ਦੇ ਸੰਪਰਕ ਦੇ ਵਿੱਚ ਨਹੀਂ ਆਉਂਦਾ। ਤੇ ਜੇਕਰ ਇਹ ਰੇਡੀਓ ਐਥਨਸ 에ਅਰਪੋਰਟ ਦੇ ਨਾਲ ਵੀ ਕੰਟੈਕਟ ਦੇ ਵਿੱਚ ਹੁੰਦਾ ਤਾਂ ਇਸ ਜਹਾਜ਼ ਦੇ ਵਿੱਚ ਕੋਈ ਵੀ ਬੰਦਾ ਹੋਸ਼ ਦੇ ਵਿੱਚ ਨਹੀਂ ਸੀ ਉਹਨਾਂ ਨੂੰ ਰਿਸਪੌਂਸ ਦੇਣ ਵਾਲਾ, ਤਾਂ ਕਰਕੇ ਤਕਰੀਬਨ ਉਹ ਅੱਧਾ ਘੰਟਾ ਵੇਟ ਕਰਨ ਤੋਂ ਬਾਅਦ 11:24 ਤੇ F-16 ਫਾਈਟਰ ਜੈਟਸ ਨੂੰ ਇਹ ਜਹਾਜ਼ ਨੂੰ ਚੈੱਕ ਕਰਨ ਦੇ ਲਈ ਭੇਜਦੇ ਆ। ਤੇ ਜਦੋਂ ਹੀ ਇਹ ਫਾਈਟਰ ਜੈਟ ਇਹ ਜਹਾਜ਼ ਨੂੰ ਚੈੱਕ ਕਰਨ ਦੇ ਲਈ ਜਾਂਦੇ ਆ ਤਾਂ ਜਿਹੜੇ ਫਾਈਟਰ ਜੈਟਸ ਦੇ ਵਿੱਚ ਬੈਠੇ ਪਾਇਲਟ ਸੀ ਉਹ ਇਹ ਦੇਖ ਕੇ ਬੜੇ ਹੈਰਾਨ ਹੁੰਦੇ ਆ ਕਿ ਪਾਇਲਟ ਤਾਂ ਆਪਦੀ ਸੀਟ ਤੇ ਹੀ ਨਹੀਂ। ਤੇ ਇਸ ਗੱਲ ਦੇ ਬਾਰੇ ਉਹ ਐਥਨਸ 에ਅਰਪੋਰਟ ਦੀ ATC ਨੂੰ ਦੱਸਦੇ ਆ ਕਿ ਪਾਇਲਟ ਆਪਣੀ ਸੀਟ ਤੇ ਨਹੀਂ ਤੇ ਜਿਹੜਾ ਕੋ ਪਾਇਲਟ ਆ ਉਹ ਅੱਗੇ ਵੱਲ ਝੁਕਿਆ ਹੋਇਆ ਤੇ ਬੇਹੋਸ਼ ਆ। ਤੇ ਜਦੋਂ ਹੀ ਉਹ ਯਾਤਰੀਆਂ ਨੂੰ ਦੇਖਦੇ ਆ ਤਾਂ ਸਾਰੇ ਦੇ ਸਾਰੇ ਯਾਤਰੀ ਆਕਸੀਜਨ ਮਾਸਕ ਪਾ ਕੇ ਬੈਠੇ ਸੀ, ਪਰ ਉਹ ਸਾਰੇ ਦੇ ਸਾਰੇ ਬੇਹੋਸ਼ ਸੀ।
ਤੇ ਇੰਨੇ ਹੀ ਸਮੇਂ ਦੇ ਵਿੱਚ ਤਕਰੀਬਨ 11:49 ਤੇ ਇੱਕ ਬੰਦਾ ਕਾਕਪਿਟ ਦੇ ਵਿੱਚ ਆਉਂਦਾ, ਜਿਹੜਾ ਕਿ ਕ੍ਰਿਊ ਮੈਂਬਰ ਐਂਦਰਸ ਸੀ। ਤੇ ਇਹ ਕੈਬਨ ਕ੍ਰਿਊ ਦਾ ਮੈਂਬਰ ਵੀ ਉਹ ਪੋਰਟੇਬਲ ਆਕਸੀਜਨ ਮਾਸਕ ਯੂਜ਼ ਕਰ ਰਿਹਾ ਸੀ, ਜਿਹਦੇ ਕਰਕੇ ਤਕਰੀਬਨ 1.5 ਘੰਟੇ ਤੱਕ ਇਹ ਸਟਿਲ ਹੋਸ਼ ਦੇ ਵਿੱਚ ਸੀ। ਤੇ ਜਦੋਂ ਹੀ ਇਹ ਕਾਕਪਿਟ ਦੇ ਵਿੱਚ ਆਉਂਦਾ ਤਾਂ ਇਹ ਪਾਇਲਟ ਦੀ ਸੀਟ ਦੇ ਉੱਪਰ ਆ ਕੇ ਬਹਿ ਜਾਂਦਾ ਤੇ ਉਸ ਤੋਂ ਬਾਅਦ ਇਹ ਲਗਾਤਾਰ ਪਲੇਨ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ। ਤੇ ਜਦੋਂ ਹੀ ਇਹ ਆਪਦੇ ਦੋਨੇ ਸਾਈਡ ਦੇ ਫਾਈਟਰ ਜੈਟਸ ਦੇਖਦਾ ਤਾਂ ਇਹ ਜਿਹੜੇ ਫਾਈਟਰ ਜੈਟਸ ਦੇ ਪਾਇਲਟ ਹੁੰਦੇ ਆ, ਇਹਨੂੰ ਪਲੇਨ ਨੂੰ ਲੈਂਡ ਕਰਨ ਦੇ ਲਈ ਕਹਿੰਦੇ ਆ। ਪਰ ਇਹ ਪਲੇਨ ਦੇ ਫਾਈਟਰ ਜੈਟਸ ਨੂੰ ਇਹ ਇਸ਼ਾਰਾ ਕਰਦਾ ਕਿ ਇਸ ਪਲੇਨ ਦੇ ਵਿੱਚ ਤਾਂ ਹੁਣ ਫਿਊਲ ਨਹੀਂ ਤੇ ਇਹ ਪਲੇਨ ਲਗਾਤਾਰ ਨੀਚੇ ਵੱਲ ਜਾ ਰਿਹਾ। ਤੇ ਇਹ ਇਸ਼ਾਰਾ ਕਰਨ ਦੇ ਕੁਝ ਸਮੇਂ ਬਾਅਦ ਹੀ 12:04 ਤੇ ਇਹ ਜਹਾਜ਼ ਧਰਤੀ ਦੇ ਨਾਲ ਆ ਕੇ ਟਕਰਾ ਜਾਂਦਾ, ਜਿਹਦੇ ਕਰਕੇ 121 ਦੇ 121 ਯਾਤਰੀ ਇਹ ਜਹਾਜ਼ ਦੇ ਵਿੱਚ ਸੀ ਜਿਹੜੇ ਉਹ ਸਾਰੇ ਮਰ ਜਾਂਦੇ ਆ। ਤੇ ਇਹ ਜਹਾਜ਼ ਇੱਕ ਨਿੱਕੀ ਜਿਹੀ ਸਵਿਚ ਦੇ ਕਰਕੇ, ਜਿਹੜੀ ਕਿ ਆਟੋ ਤੇ ਹੋਣੀ ਚਾਹੀਦੀ ਸੀ, ਉਹਦੇ ਕਰਕੇ ਕ੍ਰੈਸ਼ ਕਰ ਜਾਂਦਾ। ਤੇ ਇਸ ਕ੍ਰੈਸ਼ ਦੇ ਪਿੱਛੇ ਜ਼ਿਆਦਾਤਰ ਲੋਕਾਂ ਦਾ ਇਹ ਮੰਨਣਾ ਹੈ ਕਿ ਉਸ ਗਰਾਊਂਡ ਇੰਜੀਨੀਅਰ ਦੀ ਗਲਤੀ ਆ, ਪਰ ਕੋ ਪਾਇਲਟ ਦੀ ਵੀ ਆਪਾਂ ਕਹਿ ਸਕਦੇ ਆ ਕਿ ਸੇਮ ਗਲਤੀ ਆ ਕਿ ਉਹਨੇ ਵੀ ਚੈੱਕਲਿਸਟ ਦੇ ਉੱਪਰ ਟਿਕ ਕਰਤਾ, ਉਹਨੇ ਵੀ ਇਸ ਸਵਿਚ ਨੂੰ ਆਟੋ ਤੇ ਮੈਨੂਅਲ ਤੇ ਨਹੀਂ ਦੇਖਿਆ। ਹਾਲਾਂਕਿ ਗਰਾਊਂਡ ਇੰਜੀਨੀਅਰ ਤੇ ਪਾਇਲਟ ਜਦੋਂ ਇੱਕ ਦੂਜੇ ਦੇ ਨਾਲ ATC ਦੇ ਥਰੂ ਗੱਲ ਕਰ ਰਹੇ ਸੀ ਤਾਂ ਗਰਾਊਂਡ ਇੰਜੀਨੀਅਰ ਲਗਾਤਾਰ ਉਹਨੂੰ ਉਸ ਸਵਿਚ ਨੂੰ ਚੈੱਕ ਕਰਨ ਦੇ ਬਾਰੇ ਕਹਿ ਰਿਹਾ ਸੀ, ਪਰ ਪਾਇਲਟ ਵੀ ਇਸ ਗੱਲ ਦੇ ਬਾਰੇ ਧਿਆਨ ਨਹੀਂ ਦਿੰਦਾ। ਇਹ ਵੀ ਆਪਾਂ ਕਹਿ ਸਕਦੇ ਹਾਂ ਕਿ ਮੇਨ ਗਲਤੀ ਆ। ਤੇ ਇਹਦੇ ਤੋਂ ਇਲਾਵਾ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ ਕਮੈਂਟ ਬਾਕਸ ਦੇ ਵਿੱਚ ਕਿ ਤੁਹਾਨੂੰ ਕੀ ਲੱਗਦਾ ਕਿ ਕਿਉਂ ਇਹ ਜਹਾਜ਼ ਕ੍ਰੈਸ਼ ਕੀਤਾ ਸੀ, ਕਿਹਦੀ ਇਹਦੇ ਵਿੱਚ ਗਲਤੀ ਆ। ਤੇ ਆਹ ਵਾਲੀ ਵੀਡੀਓ ਤੇ ਕਲਿੱਕ ਕਰਕੇ ਦੇਖਿਓ ਕਿ 4000 ਕਿਲੋਮੀਟਰ ਦੂਰ ਜਾ ਕੇ ਮਸਾਦ ਨੇ ਆਪਣੇ ਤਕਰੀਬਨ 100 ਯਾਤਰੀਆਂ ਨੂੰ ਕਿਵੇਂ ਛੁਡਾ ਕੇ ਲਿਆਂਦਾ ਸੀ। ਤੇ ਆਪਾਂ ਤੁਹਾਡੇ ਨਾਲ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ।